everyone. Today will be discussions topic level of teaching. ਅਧਿਆਪਨ ਦੇ ਪੱਧਰ। ਅਧਿਆਪਨ ਦੇ ਪੱਧਰ ਕੀ ਹਨ? ਕਹਿੰਦੇ ਇਹ ਨਿਰਧਾਰਿਤ ਕਰਦੇ ਹਨ ਕਿ ਟੀਚਰਸ ਨੇ ਕਲਾਸ ਦੇ ਵਿੱਚ ਕਿਵੇਂ ਲਰਨਿੰਗ ਕਰਵਾਉਣੀ ਹੈ। ਤਾਂ ਫਸਟ ਇਹ ਲੈਵਲ ਹਨ ਮੈਮਰੀ ਲੈਵਲ, ਅੰਡਰਸਟੈਂਡਿੰਗ ਲੈਵਲ ਔਰ ਰਿਫਲੈਕਟਿਵ ਲੈਵਲ। ਹੁਣ ਲੈਵਲ ਆਫ ਟੀਚਿੰਗ ਕਿਹੜੇ-ਕਿਹੜੇ ਹਨ? ਮੈਮਰੀ ਲੈਵਲ, ਜਿਸ ਨੂੰ ਸਮ੍ਰਿਤੀ ਲੈਵਲ ਕਿਹਾ ਜਾਂਦਾ ਹੈ, ਅੰਡਰਸਟੈਂਡਿੰਗ ਲੈਵਲ, ਬੋਧ ਸਤਰ, ਰਿਫਲੈਕਟਿਵ ਲੈਵਲ ਯਾਨੀ ਕਿ ਚਿੰਤਨ ਸਤਰ। ਇਹ ਤੁਹਾਨੂੰ ਸੀਕੁਐਂਸ ਵਿੱਚ ਆ ਜਾਣਗੇ ਵੀ ਮੈਮਰੀ ਲੈਵਲ, ਅੰਡਰਸਟੈਂਡਿੰਗ, ਰਿਫਲੈਕਟਿਵ ਪਹਿਲਾ ਕਿਹੜਾ ਹੈ, ਦੂਜਾ ਕਿਹੜਾ ਹੈ ਔਰ ਤੀਜਾ ਕਿਹੜਾ ਹੈ। ਸਭ ਤੋਂ ਪਹਿਲੇ ਅਸੀਂ ਡਿਸਕਸ਼ਨ ਕਰਾਂਗੇ ਮੈਮਰੀ ਲੈਵਲ। ਤਾਂ ਮੈਮਰੀ ਲੈਵਲ ਕੀ ਹੈ? ਇਹਦਾ ਮੋਡ ਆਫ ਆਪਰੇਸ਼ਨਸ ਕੀ ਹੈ ਕਿ ਇਹ ਲਿਸਟ ਥੋਟਫੁਲ ਹੈ, ਇਹਦੇ ਤੇ ਚਿੰਤਨ ਹੀ ਨਹੀਂ ਹੁੰਦਾ। ਕਿਸ ਦਾ? ਬੱਚੇ ਦਾ। ਕਿਉਂ? ਕਿਉਂਕਿ ਇਹਦੇ ਵਿੱਚ ਇੱਕ ਇਹ ਕਿਸ ਦੇ ਅਕੋਰਡਿੰਗ ਹੁੰਦਾ ਹੈ? ਟੀਚਰਸ ਦੇ ਅਕੋਰਡਿੰਗ ਹੁੰਦਾ ਹੈ। ਇਹਦੇ ਵਿੱਚ ਜੋ ਟੀਚਰ ਹੁੰਦਾ ਹੈ ਉਹਦਾ ਹੀ ਰੋਲ ਮੇਨ ਹੁੰਦਾ ਹੈ, ਉਹ ਹੀ ਡੋਮੀਨੇਟ ਹੁੰਦਾ ਹੈ। ਉਹ ਜਿਵੇਂ ਜਿਵੇਂ ਉਹ ਬੱਚਿਆਂ ਨੂੰ ਰੈਪੀਟੇਸ਼ਨ ਕਰਵਾਉਂਦਾ ਹੈ, ਜਿਵੇਂ ਰਿਪੀਟ ਕਰਵਾਉਂਦਾ ਹੈ, ਉਸ ਤੋਂ ਬਾਅਦ ਇਹ ਕਿਹੜੀ ਕਲਾਸਿਸ ਲਈ ਹੁੰਦਾ ਹੈ? ਪ੍ਰਾਇਮਰੀ ਕਲਾਸਿਸ ਲਈ। ਤਾਂ ਆਪਾਂ ਮੈਮਰੀ ਲੈਵਲ ਦੇ ਬਾਰੇ ਕੀ ਕਹਿ ਸਕਦੇ ਹਾਂ ਕਿ ਇਹ ਲੀਸਟ ਥੋਟਫੁਲ ਹੈ, ਇਹਦੇ 'ਚ ਬੱਚਾ ਕ੍ਰੈਮ ਕਰਦਾ ਹੈ, ਰੈਪੀਟੇਸ਼ਨਸ ਕਰਦਾ ਹੈ, ਰਿਪੀਟ ਕਰਦਾ ਹੈ ਵਾਰੀ-ਵਾਰੀ, ਔਰ ਪ੍ਰਾਇਮਰੀ ਕਲਾਸਿਸ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਜਿਹੜਾ ਮੈਥਡ ਹੈ ਉਹ ਕੀ ਹੈ? ਉਹ ਸਬਜੈਕਟ ਐਂਡ ਟੀਚਰ ਸੈਂਟਰਡ ਹੈ। ਇਹਦੇ ਵਿੱਚ ਮੇਨ ਕਿਸ ਦਾ ਰੋਲ ਹੈ ਮੈਮਰੀ ਲੈਵਲਸ ਦੇ ਵਿੱਚ? ਤਾਂ ਟੀਚਰਸ ਦਾ ਰੋਲ ਹੈ। ਕਿਉਂ? ਕਿਉਂਕਿ ਇਹ ਟੀਚਰ ਸੈਂਟਰਡ ਹੈ ਮੈਮਰੀ ਲੈਵਲ। ਜਿਵੇਂ ਟੀਚਰਸ ਰਿਪੀਟੇਬਲ ਕਰਵਾਏਗਾ ਬੱਚਾ ਉਸਨੂੰ ਉਵੇਂ ਹੀ ਐਕਸੈਪਟ ਕਰੇਗਾ। ਉਸ ਤੋਂ ਬਾਅਦ ਇਹਦੇ ਵਿੱਚ ਜੋ ਟੀਚਿੰਗ ਡਿਵਾਈਸ ਯੂਜ਼ ਹੋਣਗੇ, ਜਿਵੇਂ ਓਰਲ ਟੀਚਰ ਕਰਵਾ ਲੇਗਾ, ਰਿਟਨ ਕਰਵਾ ਲੇਗਾ, ਬਾਰ-ਬਾਰ ਰੀਕੋਲ ਕਰਵਾ ਲੇਗਾ, ਉਸਦੀ ਰੈਕੋਗਨੀਸ਼ਨ ਕਰਵਾ ਲੇਗਾ ਵੀ ਉਸ ਜੋ ਕੁਐਸਚਨਸ ਨੇ ਉਸਨੇ ਕੀ ਕਰਨਾ, ਉਸਦੀ ਮੈਮਰੀ ਦੇ ਵਿੱਚ ਪਾਣੇ ਹਨ। ਇਹ ਮੈਮੋਰਾਈਜੇਸ਼ਨਸ ਹੈ। ਤਾਂ ਫਿਰ ਮੈਮਰੀ ਲੈਵਲ ਨੂੰ ਅਸੀਂ ਕੀ ਕਹਾਂਗੇ? ਇੱਕ ਤਾਂ ਕੀ ਹੈ? ਇਹ ਲਿਸਟ ਥੋਟਫੁਲ ਹੈ, ਇਹਦੇ 'ਚ ਕ੍ਰੈਮਿੰਗ ਹੁੰਦੀ ਹੈ, ਉਹ ਰਿਪੀਟੇਸ਼ਨਸ ਕਰਦਾ ਹੈ। ਇਸ ਤੋਂ ਇਲਾਵਾ ਇਹ ਟੀਚਰ ਸੈਂਟਰਡ ਹੈ, ਪ੍ਰਾਇਮਰੀ ਕਲਾਸਿਸ ਦੇ ਲਈ ਇਹ ਵੀ ਸਹੀ ਹੈ। ਇਸ ਤੋਂ ਇਲਾਵਾ ਓਰਲ, ਰਿਟਨ, ਰੀਕੋਲ, ਰੈਕੋਗਨਾਈਜੇਸ਼ਨਸ ਟਾਈਪ ਆਫ ਕੁਐਸਚਨਸ ਫॉर ਟੈਸਟਿੰਗ ਮੈਮੋਰਾਈਜੇਸ਼ਨਸ। ਹੁਣ ਇਹਦੇ ਵਿੱਚ ਟੀਚਰਸ ਦਾ ਕੀ ਰੋਲ ਹੈ? ਉਹ ਡੋਮੀਨੈਂਟ ਹੈ। ਜਿਵੇਂ ਟੀਚਰ ਕਰਾਏਗਾ ਸਟੂਡੈਂਟ ਨੇ ਉਵੇਂ ਕਰਨਾ ਹੈ। ਤੇ ਇਹ ਅਪਰੋਚ ਕਿਸਨੇ ਦਿੱਤੀ ਸੀ? ਹਰਬਰਟ ਨੇ। ਹੁਣ ਤੁਹਾਨੂੰ ਇੱਕ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਮੈਮਰੀ ਲੈਵਲ ਇਹ ਕਿਹੜਾ ਲੈਵਲ ਹੈ? ਇਹ ਲੋ ਲੈਵਲ ਹੈ, ਠੀਕ ਹੈ ਨਾ? ਕਿਉਂਕਿ ਆਪਾਂ 3 ਲੈਵਲ ਦੇਖੇ ਨੇ, ਪਹਿਲਾ ਹੈ ਮੈਮਰੀ ਲੈਵਲ, ਅੰਡਰਸਟੈਂਡਿੰਗ ਲੈਵਲ ਔਰ ਫਿਰ ਰਿਫਲੈਕਟਿਵ ਲੈਵਲ। ਤਾਂ ਮੈਮਰੀ ਲੈਵਲ ਲੋ ਲੈਵਲ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਟੀਚਰਸ ਦਾ ਕੀ ਰੋਲ ਹੈ? ਡੋਮੀਨੇਟ ਹੈ, ਜਾਣੀ ਕਿ ਟੀਚਰਸ ਹੀ ਪ੍ਰਧਾਨ ਹੈ। ਇਹਦੇ ਵਿੱਚ ਕੋਈ ਬੱਚੇ ਨੂੰ ਅੰਡਰਸਟੈਂਡਿੰਗ ਨਹੀਂ ਆਉਂਦੀ, ਠੀਕ ਹੈ। ਇਹ ਅਪਰੋਚ ਕਿਸਨੇ, ਇਹ ਲੈਵਲ ਕਿਸਨੇ ਦਿੱਤਾ ਸੀ? ਹਰਬਰਟ ਨੇ ਦਿੱਤਾ ਸੀ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਔਰ ਇਹ ਕਿਸ ਥਿਊਰੀ ਬੇਸ ਤੇ ਹੈ? ਥੋਰਨਡਾਈਕ ਦੀ ਥਿਊਰੀ ਜੋ ਕਨੈਕਟਿਜ਼ਮ ਹੈ ਨਾ, ਉਹ ਮੈਮਰੀ ਲੈਵਲ ਬੇਸ ਹੈ, ਠੀਕ ਹੈ। ਜੇ ਤੁਹਾਨੂੰ ਕੁਐਸਚਨ ਪੁੱਛੇ ਕਿ ਮੈਮਰੀ ਲੈਵਲ ਕਿਸਨੇ ਦਿੱਤਾ, ਤਾਂ ਕਿਸਨੇ ਦਿੱਤਾ ਹੈ? ਹਰਬਰਟ ਨੇ। ਫਿਰ ਇਸ ਤੇ ਥਿਊਰੀ ਕਿਹੜੀ ਇਫੈਕਟ ਕਰਦੀ ਹੈ? ਤਾਂ ਕਨੈਕਟਿਜ਼ਮ ਵਿੱਚ ਉਹ ਕੀ ਕਰਦਾ ਹੈ? ਟਰਾਇਲ ਐਂਡ ਐਰਰ, ਵਾਰੀ-ਵਾਰੀ ਭੁੱਲਦਾ ਹੈ, ਫਿਰ ਯਾਦ ਕਰਦਾ ਹੈ, ਭੁੱਲਦਾ ਹੈ, ਯਾਦ ਕਰਦਾ ਹੈ, ਠੀਕ ਹੈ। ਤਾਂ ਇਹ ਕਿਹੜਾ ਲੈਵਲ ਸੀ? ਮੈਮਰੀ ਲੈਵਲ ਸੀ। ਹੁਣ ਸੈਕਿੰਡ ਕਿਹੜਾ ਹੈ? ਅੰਡਰਸਟੈਂਡਿੰਗ ਲੈਵਲ। ਹੁਣ ਮੈਮਰੀ ਲੈਵਲਸ ਦੇ ਵਿੱਚ ਕੀ ਹੋਇਆ? ਬੱਚੇ ਦੇ ਮਾਇੰਡ ਦੇ ਵਿੱਚ ਕੀ ਗਈਆਂ ਚਲੀਆਂ? ਮੈਮਰੀਜ਼ ਦੇ ਵਿੱਚ ਜੋ ਵੀ ਉਸਨੇ ਰਿਕੋਲ ਕੀਤਾ ਉਹਦੇ ਮਾਇੰਡ ਵਿੱਚ ਚਲਾ ਗਿਆ। ਤਾਂ ਫਿਰ ਹੁਣ ਅੱਗੋਂ ਕਿਹੜਾ ਲੈਵਲ ਯੂਜ਼ ਕਰੇਗਾ ਉਹ? ਅੰਡਰਸਟੈਂਡਿੰਗ ਲੈਵਲ। ਇਹ ਟੀਚਰਸ ਨੇ ਹੁਣ ਦੇਖਣਾ ਹੈ ਕਿ ਉਸਨੇ ਇਹ ਕਿਹੜੇ ਲੈਵਲ ਕਿੱਥੇ ਇਫੈਕਟ ਕਰਦਾ ਹੈ। ਤਾਂ ਹੁਣ ਉਹਨੇ ਕਿਵੇਂ ਆਪਣੀ ਲਰਨਿੰਗ ਕਰਵਾਉਣੀ ਹੈ? ਤਾਂ ਜੋ ਅੰਡਰਸਟੈਂਡਿੰਗ ਲੈਵਲ ਹੈ ਇਸਨੂੰ ਅਸੀਂ ਮੋਡਰੇਟ ਥੋਟਫੁਲ ਕਹਿੰਦੇ ਹਾਂ। ਯਾਨੀ ਕਿ ਆ ਤਾਂ ਲਿਸਟ ਥੋਟਫੁਲ ਸੀ, ਇਹਦੇ ਵਿੱਚ ਤਾਂ ਸੋਚਦਾ ਹੀ ਨਹੀਂ ਬੱਚਾ, ਟੀਚਰਸ ਨੇ ਸੋਚਣਾ ਹੈ। ਹੁਣ ਇਹਦੇ ਵਿੱਚ ਕੀ ਹੈ? ਕੋਈ ਸੋਚਣ ਲੱਗ ਪਿਆ, ਉਸਨੂੰ ਅੰਡਰਸਟੈਂਡਿੰਗ ਹੋਣ ਲੱਗ ਪਈ, ਐਨਾਲਿਸਿਸ ਕਰਨ ਲੱਗ ਪਿਆ, ਜਨਰਲਾਈਜੇਸ਼ਨਸ ਕਰਨ ਲੱਗ ਪਿਆ, ਸੈਂਸੇਸ਼ਨਸ, ਐਪਲੀਕੇਸ਼ਨ ਉਸਨੇ ਕਿਵੇਂ ਅਪਲਾਈ ਕਰਨਾ ਉਹ ਕਰਨਾ ਸ਼ੁਰੂ ਕਰਤਾ। ਹੁਣ ਇਹ ਕੀ ਹੈ? ਸਬਜੈਕਟ ਸੈਂਟਰਡ ਲਰਨਿੰਗ ਟੂ ਮੀਨਿੰਗਫੁਲ ਲਰਨਿੰਗ। ਹੁਣ ਇਹਦੇ ਵਿੱਚ ਜੋ ਉਸਨੇ ਲਰਨਿੰਗ ਕਰਨੀ ਹੈ ਇਹਦੇ ਚ ਰੱਟਾ ਨਹੀਂ ਲਗਾਉਣਾ, ਉਸਨੇ ਉਸਨੂੰ ਸਮਝ ਕੇ ਕਰਨਾ ਹੈ, ਅੰਡਰਸਟੈਂਡਿੰਗ ਬੇਸ ਕਰਨਾ ਹੈ। ਔਰ ਅੰਡਰਸਟੈਂਡਿੰਗ ਲੈਵਲ ਕਿਹੜਾ ਹੈ? ਸੈਕਿੰਡ ਲੈਵਲ ਹੈ ਟੀਚਿੰਗ ਦਾ, ਔਰ ਇਹ ਸਬਜੈਕਟ ਸੈਂਟਰਡ ਹੈ। ਹੁਣ ਇਹਦੇ ਵਿੱਚ ਕੀ ਹੈ? ਟੀਚਿੰਗ ਡਿਵਾਈਸ ਯੂਜ਼ਡ, ਓਰਲ ਕਰੇਗਾ, ਰਿਟਨ, ਉਹ ਇਹਦੇ ਵਿੱਚ ਹੀ ਮੈਮਰੀ ਵੀ ਇਹਦੇ ਵਿੱਚ ਇਨਕਲੂਡ ਹੈ ਅੰਡਰਸਟੈਂਡਿੰਗ ਦੇ ਵਿੱਚ। ਹੁਣ ਓਰਲ, ਰਿਟਨ, ਪ੍ਰੈਕਟੀਕਲ, ਆਬਜੈਕਟਿਵ, ਸ਼ੋਰਟ ਆਂਸਰ ਟਾਈਪ ਕੁਐਸਚਨ, ਟੈਸਟਿੰਗ ਨੌਲੇਜ ਐਂਡ ਅੰਡਰਸਟੈਂਡਿੰਗ ਆਬਜੈਕਟ। ਹੁਣ ਉਹ ਜੋ ਪੁੱਛੇ ਕਿ ਇਕੱਲੇ ਓਰਲ ਤੇ ਰਿਟਨ ਕਿਹਦੇ ਵਿੱਚ ਕਰੇਗਾ? ਉਹ ਸਿਰਫ ਮੈਮਰੀ ਵਿੱਚ। ਤੇ ਜੇ ਉਸਦੇ ਨਾਲ ਉਹ ਸ਼ੋਰਟ ਨੋਟ ਕਰੇ,
ਟੈਸਟਿੰਗ ਨੌਲੇਜ ਕਰੇ ਤਾਂ ਉਹ ਅੰਡਰਸਟੈਂਡਿੰਗ ਦੇ ਵਿੱਚ ਉਸਨੂੰ ਅਪਲਾਈ ਕਰੇਗਾ। ਰੋਲ ਆਫ ਟੀਚਰ, ਇਹਦੇ ਵਿੱਚ ਡੋਮੀਨੈਂਟ ਵੀ ਹੈ, ਬਟ ਉਹ ਕੀ ਹੈ, ਅੰਡਰਸਟੈਂਡਿੰਗ ਨਾਲ ਕਰਵਾ ਰਿਹਾ ਹੈ। ਇਹ ਟੀਚਰ ਸਟੂਡੈਂਟ ਬੋਥ ਸੈਂਟਰ ਹੈ, ਇਹਦੇ ਵਿੱਚ ਦੋਵੇਂ ਐਕਟਿਵ ਨੇ, ਟੀਚਰ ਵੀ ਸਟੂਡੈਂਟ ਵੀ। ਹੁਣ ਇਹਦੇ ਵਿੱਚ ਕੌਣ ਐਕਟਿਵ ਹੈ? ਇਹਦੇ ਵਿੱਚ ਸਿਰਫ ਟੀਚਰ ਐਕਟਿਵ ਹੈ। ਹੁਣ ਤੁਹਾਨੂੰ ਕੀ ਕੁਐਸਚਨ ਆਏਗਾ ਕਿ ਮੈਮਰੀ ਲੈਵਲ ਦੇ ਵਿੱਚ ਕੌਣ ਐਕਟਿਵ ਹੈ? ਤਾਂ ਟੀਚਰ ਐਕਟਿਵ ਹੈ, ਕਿਉਂਕਿ ਸਟੂਡੈਂਟ ਤਾਂ ਪੈਸਿਵ ਹੈ। ਕਿਉਂ? ਕਿਉਂਕਿ ਟੀਚਰ ਹੀ ਕਰਵਾ ਰਿਹਾ ਹੈ। ਇਹਦੇ ਵਿੱਚ ਉਹ ਦੋਵੇਂ ਕਰ ਰਹੇ ਨੇ, ਟੀਚਰ ਵੀ ਸਟੂਡੈਂਟ ਵੀ ਇੰਟਰੈਕਸ਼ਨ ਕਰ ਰਹੇ ਨੇ, ਜਾਨੀ ਕਿ ਬਹੁਤ ਐਕਟਿਵ ਨੇ। ਹੁਣ ਇਹ ਲੈਵਲ ਕਿਸਨੇ ਦਿੱਤਾ ਸੀ? ਇਹ ਮੋਰਿਸਨ ਨੇ ਦਿੱਤਾ ਹੈ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਮੈਮਰੀ ਲੈਵਲ ਹਰਬਰਟ ਨੇ ਦਿੱਤਾ ਔਰ ਅੰਡਰਸਟੈਂਡਿੰਗ ਲੈਵਲ ਕਿਸਨੇ ਦਿੱਤਾ? ਮੋਰਿਸਨ ਨੇ। ਇਹ ਕਿਸ ਥਿਊਰੀ ਤੇ ਡਿਪੈਂਡ ਹੈ? ਥਿਊਰੀ ਆਫ ਇਨਸਾਈਟ ਔਰ ਜਾਂ ਗੈਸਟੋਲ ਫਿਲਡ ਥਿਊਰੀ, ਇਹਦੇ ਨਾਲ ਰਿਲੇਟਿਡ ਹੈ। ਉਹ ਅੰਡਰਸਟੈਂਡਿੰਗ ਲੈਵਲ ਤੇ ਨਿਰਧਾਰਿਤ ਹੈ। ਨੈਕਸਟ ਕਿਹੜਾ ਹੈ? ਸਭ ਤੋਂ ਹਾਈਐਸਟ ਲੈਵਲ ਰਿਫਲੈਕਟਿਵ ਲੈਵਲ, ਮੋਸਟ ਥੋਟਫੁਲ। ਜੇ ਅਸੀਂ ਲੋ ਲੈਵਲ ਕਵਾਂਗੇ ਤਾਂ ਉਹ ਕਿਹੜਾ ਹੋਏਗਾ? ਮੈਮਰੀ ਲੈਵਲ, ਠੀਕ ਹੈ। ਮਿਡਲ ਕਿਹੜਾ ਹੋਏਗਾ? ਅੰਡਰਸਟੈਂਡਿੰਗ। ਤੇ ਹਾਈਐਸਟ ਕੌਣ ਹੋਏਗਾ? ਹਾਈਐਸਟ ਲੈਵਲ ਕਿਹੜਾ ਹੋਏਗਾ? ਤਾਂ ਹਾਈਐਸਟ ਹੋਏਗਾ ਰਿਫਲੈਕਟਿਵ ਲੈਵਲ। ਇਹਦੇ ਵਿੱਚ ਕੀ ਹੋਏਗਾ? ਜਿਵੇਂ ਉਹਦੇ ਵਿੱਚ ਤਾਂ ਬੱਚੇ ਨੇ ਕੀ ਕੀਤਾ ਹੈ? ਅੰਡਰਸਟੈਂਡਿੰਗ, ਅਨਾਲਿਸਿਸ, ਜਨਰਲਾਈਜੇਸ਼ਨਸ, ਸੈਂਸੇਸ਼ਨਸ, ਐਪਲੀਕੇਸ਼ਨਸ, ਯਾਨੀ ਕਿ ਅਪਲਾਈ ਕੀਤਾ ਹੈ ਆਪਣੀ ਨੌਲੇਜ ਨੂੰ, ਜੋ ਉਸਨੇ ਉਹਦੇ ਵਿੱਚ ਗੇਨ ਕੀਤੀ ਸੀ ਮੈਮਰੀ ਵਿੱਚ, ਠੀਕ ਹੈ। ਬਟ ਹੁਣ ਇਹਦੇ ਵਿੱਚ ਉਹ ਕੀ ਕਰ ਰਿਹਾ? ਹੁਣ ਉਹ ਇੱਥੇ ਕਰ ਰਿਹਾ ਅੰਡਰਸਟੈਂਡਿੰਗ ਦੇ ਨਾਲ ਨਾਲ ਕਿਸੇ ਚੀਜ਼ ਨੂੰ ਕ੍ਰੀਏਟ ਵੀ ਕਰ ਰਿਹਾ, ਕ੍ਰੀਏਟੀਵਿਟੀ ਕਰ ਰਿਹਾ, ਬਣਾ ਰਿਹਾ, ਪ੍ਰੋਬਲਮ ਨੂੰ ਸੋਲਵਿੰਗ ਕਰ ਰਿਹਾ। ਮੀਨਸ ਟੀਚਰਸ ਨੇ ਹੁਣ ਉਸਨੂੰ ਪ੍ਰੋਬਲਮ ਦੇ ਦੇਣੀ ਹੈ, ਉਸਨੇ ਆਪਣੇ ਆਪ ਸੋਲਵ ਕਰਨੀ। ਟੀਚਰਸ ਨੇ ਉਸਨੂੰ ਕੰਮ ਦੇ ਦੇਣਾ, ਉਸਨੇ ਆਪਣੇ ਆਪ ਕਰਨਾ ਹੈ। ਹੁਣ ਇਹਦੇ ਵਿੱਚ ਰੋਲ ਆਫ ਟੀਚਰ ਕੀ ਹੈ? ਡੈਮੋਕ੍ਰੇਟਿਕ ਹੈ, ਕੋਆਪਰੇਟਿਵ ਹੈ। ਟੀਚਰ ਇੱਥੇ ਸਿਰਫ ਗਾਈਡ ਹੈ, ਸਟੂਡੈਂਟ ਖੁਦ, ਟੀਚਰ ਇੱਕ ਗਾਈਡ ਦੀ ਤਰ੍ਹਾਂ ਕੰਮ ਕਰੇਗਾ ਔਰ ਸਟੂਡੈਂਟ ਕੀ ਕਰੇਗਾ? ਪ੍ਰੋਬਲਮ ਨੂੰ ਸੋਲਵ ਕਰੇਗਾ। ਉਹ ਆਪਣੇ ਆਪ ਹੀ ਉਸਨੂੰ ਮਾਈਂਡ ਨੂੰ ਲਗਾਏਗਾ, ਥਿੰਕਿੰਗ ਕਰੇਗਾ। ਹੁਣ ਇਹਦਾ ਨੇਚਰ ਆਫ ਮੋਟੀਵੇਸ਼ਨ ਕੀ ਹੈ? ਇੰਟਰਨਲ। ਹੁਣ ਉਹ ਇੰਸਟ੍ਰਿਕਟ ਰੂਪ ਵਿੱਚ ਅੰਦਰੂਨੀ ਤੌਰ ਤੇ ਉਹਦੀ ਮਾਈਂਡ ਰਿਫਲੈਕਟਿਵ ਹੋ ਗਿਆ, ਯਾਨੀ ਕਿ ਉਹ ਸਮਝ ਗਿਆ, ਠੀਕ ਹੈ। ਇਹਨਾਂ ਦੋਵਾਂ ਦਾ ਜੋ ਨੇਚਰ ਆਫ ਮੋਟੀਵੇਸ਼ਨ ਸੀ ਉਹ ਐਕਸਟਰਨਲ ਸੀ, ਮੈਮਰੀ ਲੈਵਲ ਦਾ ਵੀ, ਅੰਡਰਸਟੈਂਡਿੰਗ ਦਾ ਵੀ। ਲੇਕਿਨ ਜੋ ਰਿਫਲੈਕਟਿਵ ਦਾ ਲੈਵਲ ਹੈ ਉਹ ਐਕਸਟਰਨਲ ਇੰਟਰਨਲ ਹੈ, ਉਹ ਅੰਦਰੂਨੀ ਤੌਰ ਤੇ ਸਮਝਣ ਲੱਗ ਪਿਆ ਹੈ। ਇਸ ਤੋਂ ਇਲਾਵਾ ਹੁਣ ਇਹਦੇ ਵਿੱਚ ਕੀ ਕੀ ਡਿਵਾਈਸ ਆਣਗੇ? oral, written, practical, essay type, open-ended question, originality, creativity, problem solving ability। ਹੁਣ ਇਹਦੀ ਕੀ ਪੁਆਇੰਟ ਨੇ? ਕ੍ਰੀਏਟੀਵਿਟੀ, ਪ੍ਰੋਬਲਮ ਸੋਲਵਿੰਗ ਅਬਿਲਿਟੀ, ਓਪਨ ਐਂਡਡ ਕੁਐਸਚਨ ਉਹ ਕਿੱਥੇ ਯੂਜ਼ ਕਰਦਾ ਹੈ? ਤਾਂ ਰਿਫਲੈਕਟਿਵ ਲੈਵਲ ਤੇ, ਠੀਕ ਹੈ ਨਾ। ਇਹ ਸਟੂਡੈਂਟ ਆਪਣੇ ਆਪ ਕਰਦਾ ਹੈ ਜਦੋਂ ਟੀਚਰਸ ਉਸਦਾ ਲੈਵਲ ਨਿਸ਼ਚਿਤ ਕਰ ਦਿੰਦਾ ਹੈ ਕਿ ਉਸਨੂੰ ਕਿਵੇਂ ਪੜਾਇਆ ਗਿਆ। ਉਸਨੇ ਮੈਮਰੀ ਲੈਵਲ 'ਚ ਵੀ ਕਰਵਾਇਆ ਉਸਨੂੰ ਕੰਮ, ਅੰਡਰਸਟੈਂਡਿੰਗ ਵਿੱਚ ਵੀ ਕਰਾਇਆ, ਅਖੀਰ ਰਿਫਲੈਕਟਿਵ ਲੈਵਲ 'ਚ ਖੁਦ ਬੱਚਾ ਆਪਣੇ ਆਪ ਪ੍ਰੋਬਲਮ ਨੂੰ ਸੋਲਵ ਕਰਨ ਲੱਗ ਪਿਆ। ਹੁਣ ਇਹ ਕਿਸਨੇ ਦਿੱਤਾ ਰਿਫਲੈਕਟਿਵ ਲੈਵਲ? ਤਾਂ ਬਾਏ ਹੰਟ, ਇਹ ਹੰਟ ਨੇ ਦਿੱਤਾ। ਜਿਵੇਂ ਮੈਮਰੀ ਲੈਵਲ ਕਿਸਨੇ ਦਿੱਤਾ ਸੀ? ਤਾਂ ਇਹ ਹਰਬਰਟ ਨੇ ਦਿੱਤਾ। ਔਰ ਅੰਡਰਸਟੈਂਡਿੰਗ ਲੈਵਲ ਇਹ ਕਿਸਨੇ ਦਿੱਤਾ? ਮੋਰਿਸਨ ਨੇ। ਔਰ ਰਿਫਲੈਕਟਿਵ ਲੈਵਲ ਕਿਸਨੇ ਅਪਲਾਈ ਕੀਤਾ? ਤਾਂ ਹੰਟ ਨੇ। ਇਹਦੇ ਤੇ ਕਿਹੜੀ ਥਿਊਰੀ ਲਾਗੂ ਹੁੰਦੀ ਹੈ? ਕੋਗਨੀਟਿਵ ਫਿਲਡ ਥਿਊਰੀ ਆਫ ਲਰਨਿੰਗ। ਔਰ ਇਸ ਤੇ ਕਿਹੜੀ ਥਿਊਰੀ ਹੋ ਰਹੀ ਸੀ? ਥਿਊਰੀ ਆਫ ਇਨਸਾਈਟ ਔਰ ਗੈਸਟੋਲ ਫਿਲਡ ਥਿਊਰੀ। ਇਹ ਹੋ ਰਹੀ ਸੀ ਅੰਡਰਸਟੈਂਡਿੰਗ ਤੇ। ਰਿਫਲੈਕਟਿਵ ਤੇ ਕੋਗਨੀਟਿਵ ਫਿਲਡ ਥਿਊਰੀ ਆਫ ਲਰਨਿੰਗ। ਹੁਣ ਲੈਵਲ ਆਫ ਟੀਚਿੰਗ ਦੀ ਹਾਇਰਾਰਕੀ ਨੂੰ ਆਪਾਂ ਕਿਵੇਂ ਕਹਾਂਗੇ? ਜੇ ਹਾਈ ਤੋਂ ਲੋ ਤੋਂ ਹਾਈ ਜਾਣਾ ਹੈ ਤਾਂ ਰਿਫਲੈਕਟਿਵ ਲੈਵਲ ਪਹਿਲੇ, ਫਿਰ ਅੰਡਰਸਟੈਂਡਿੰਗ ਲੈਵਲ ਔਰ ਮੈਮਰੀ ਲੈਵਲ। ਜੇ ਬੋਟਮ ਟੂ ਟੋਪ ਕੇ ਤਾਂ ਵੀ ਰਿਫਲੈਕਟਿਵ ਲੈਵਲ ਪਹਿਲੇ, ਅੰਡਰਸਟੈਂਡਿੰਗ ਲੈਵਲ ਔਰ ਮੈਮਰੀ ਲੈਵਲ। ਇਹ ਲੈਵਲ ਇੰਪੋਰਟੈਂਟ ਨੇ। ਇਹ ਤੁਹਾਨੂੰ ਕੁਐਸਚਨ ਕਿਵੇਂ ਪੁੱਛੇਗਾ? ਜਾਂ ਤਾਂ ਇਹਦਾ ਸੀਕੁਐਂਸ ਪੁੱਛੇਗਾ, ਜੇਕਰ ਉਹ ਟੋਪ ਟੂ ਬੋਟਮ ਪੁੱਛੇ ਤਾਂ ਆਹ ਸੀਕੁਐਂਸ ਬਣੇਗਾ, ਰਿਫਲੈਕਟਿਵ ਲੈਵਲ, ਅੰਡਰਸਟੈਂਡਿੰਗ ਲੈਵਲ, ਮੈਮਰੀ ਲੈਵਲ। ਜੇ ਉਹ ਲੋ ਟੂ ਟੋਪ ਪੁੱਛੇ, ਬੋਟਮ ਟੂ ਟੋਪ ਪੁੱਛੇ ਤਾਂ ਇਸ ਦਾ ਲੈਵਲ ਬਣੇਗਾ ਮੈਮਰੀ ਲੈਵਲ, ਅੰਡਰਸਟੈਂਡਿੰਗ ਲੈਵਲ ਔਰ ਰਿਫਲੈਕਟਿਵ ਲੈਵਲ। ਮੋਸਟ ਇੰਪੋਰਟੈਂਟ ਲੈਵਲ ਹਨ। ਹੁਣ ਇਹ ਕੁਐਸਚਨ ਐਵੇਂ ਵੀ ਪੁੱਛ ਸਕਦਾ ਹੈ ਕਿ ਮੈਮਰੀ ਲੈਵਲ ਵਿੱਚ ਬੱਚਾ ਕੀ ਕਰਦਾ ਹੈ? ਤਾਂ ਉਹ ਕ੍ਰੈਮ ਕਰਦਾ ਹੈ, ਰਿਪੀਟ ਕਰਦਾ ਹੈ ਚੀਜ਼ ਨੂੰ, ਠੀਕ ਹੈ ਨਾ, ਆਪਣੀ ਮੈਮਰੀ ਵਿੱਚ ਮੈਮੋਰਾਈਜੇਸ਼ਨਸ ਕਰਦਾ ਹੈ, ਰਿਕੋਲ ਕਰਦਾ ਹੈ ਬਾਰ-ਬਾਰ। ਜੇ ਉਹ ਪੁੱਛੇ ਅੰਡਰਸਟੈਂਡਿੰਗ ਵਿੱਚ, ਉਹ ਕੀ ਕਰਦਾ ਹੈ? ਐਨਾਲਿਸਿਸ ਕਰਦਾ ਹੈ, ਜਨਰਲਾਈਜੇਸ਼ਨ ਕਰਦਾ ਹੈ, ਐਪਲੀਕੇਸ਼ਨ। ਇਹ ਕੀ ਪੁਆਇੰਟ ਨੇ, ਠੀਕ ਹੈ। ਜਿਵੇਂ ਉਹ ਲੈਸ ਥੋਟਫੁਲ ਹੈ, ਇਹ ਮੋਡਰੇਟ ਥੋਟਫੁਲ ਹੈ। ਔਰ ਜੋ ਰਿਫਲੈਕਟਿਵ ਲੈਵਲ ਵਿੱਚ ਕੀ ਹੈ? ਉਹ ਕ੍ਰੀਏਟੀਵਿਟੀ ਕਰਦਾ ਹੈ, ਪ੍ਰੋਬਲਮ ਸੋਲਵਿੰਗ। ਇਹ ਕੀ ਪੁਆਇੰਟ ਨੇ, ਇਸ ਨੂੰ ਅੰਡਰਸਟੈਂਡ ਕਰ ਲਿਓ। ਤੇ ਰਿਫਲੈਕਟਿਵ ਲੈਵਲ ਨੂੰ ਕੀ ਕਿਹਾ ਜਾਂਦਾ ਹੈ? ਹਾਈਐਸਟ ਲੈਵਲ। ਜਿਵੇਂ ਮੈਮਰੀ ਨੂੰ ਲੋ ਲੈਵਲ, ਇਸ ਨੂੰ ਹਾਈਐਸਟ ਲੈਵਲ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੋ ਆਏਗਾ ਹੀ ਆਏਗਾ। ਥੈਂਕ ਯੂ। ਪਲੀਜ਼ ਲਾਈਕ ਐਂਡ ਸ਼ੇਅਰ, ਸਬਸਕ੍ਰਾਈਬ, ਲਰਨ ਵਿਦ ਸੁਨੈਨਾ ਅਸਿਸਟੈਂਟ ਪ੍ਰੋਫੈਸਰ ਚੈਨਲ। ਥੈਂਕ
you.